ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜੈ ਜੈਕਾਰ ਕੀਰਤ ਸੇਵਕ ਕੀ, ਤਹਾਂ ਤਹਾਂ ਉਠਤਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਰਹਿਮਤ ਵਰਤਾਉਣ। ਆਪ ਸਾਰੇ ਮਾਈ ਭਾਈ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਮਨ ਬਿਰਤੀਆਂ ਇਕਾਗਰ ਕਰਨ ਦਾ ਯਤਨ ਕਰ ਰਹੇ ਹੋ। ਮਨ ਨੂੰ ਆਵਾਜ਼ ਮਾਰੋ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਤੂੰ ਨਿਜ ਰੂਪ ਘਰ ਵਿੱਚ ਆ ਜਾ, ਤਾਂ ਕਿ ਤੇਰਾ ਮਨ ਟਿਕ ਜਾਏ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਆਪਣੇ ਸੇਵਕ ਕੀ ਆਪੇ ਰਾਖੈ। ਸੰਸਾਰ ਦੇ ਵਿੱਚ ਹਰ ਕੋਈ ਜੀਵ ਚਾਹੁੰਦਾ ਹੈ ਮੇਰਾ ਘਰ ਬਣੇ, ਮੇਰੀ ਕੁੱਲੀ ਬਣੇ, ਮੇਰਾ ਹਾਊਸ ਕਹਿ ਲਓ ਬਣੇ, ਜਾਂ ਮੇਰੀ ਛੱਤ ਬਣੇ ਜਿਹਦੇ ਵਿੱਚ ਮੈਂ ਤੇ ਮੇਰਾ ਪਰਿਵਾਰ ਸੁਖ ਸ਼ਾਂਤੀ ਨਾਲ ਰਵੇ। ਹਰ ਇੱਕ ਦੀ ਇੱਕ ਪ੍ਰਬਲ ਇੱਛਾ ਹੈ ਸੋਹਣਾ ਘਰ ਹੋਵੇ। ਜਿਹੜੇ ਵਿਚਾਰੇ ਕਿਰਾਏ ਤੇ ਵੀ ਰਹਿੰਦੇ ਨੇ ਜਾਂ ਸਿਕਿਉਰਟੀ ਤੇ ਰਹਿੰਦੇ ਨੇ, ਉਹਨਾਂ ਵਾਸਤੇ ਬੜਾ ਹੀ ਚਿੰਤਾ ਦਾ ਵਿਸ਼ਾ ਹੁੰਦਾ ਹੈ। ਜਦ ਬੰਦਾ ਸਮਾਜ ਵਿੱਚ ਰਹਿੰਦਾ ਹੈ ਤੇ ਉਹਦੇ ਚੇਤੇ ਵਿੱਚ ਇਹ ਗੱਲ ਜ਼ਰੂਰ ਹੁੰਦੀ ਹੈ ਕਿ ਮੇਰਾ ਇੱਕ ਬੜਾ ਸੁੰਦਰ ਘਰ ਬਣੇ, ਬੜੀਆਂ ਅੱਛੀਆਂ ਅੱਛੀਆਂ ਚੀਜ਼ਾਂ ਘਰ ਵਿੱਚ ਹੋਣ। ਜਦੋਂ ਕੋਈ ਘਰ ਵਿੱਚ ਆਵੇ ਉਹ ਖੁਸ਼ ਹੋ ਜਾਏ ਕਿ ਇਹ ਘਰ ਮੈਨੂੰ ਗੁਰੂ ਨੇ ਬਖਸ਼ਿਸ਼ ਕੀਤਾ ਹੈ। ਪਰ ਸਭ ਦੀ ਇੱਛਾਵਾਂ ਇਹ ਪੂਰੀਆਂ ਨਹੀਂ ਹੁੰਦੀਆਂ। ਐਸਾ ਖਿਆਲ ਭਗਤ ਨਾਮਦੇਵ ਦੇ ਜ਼ਿਹਨ ਵਿੱਚ ਆਇਆ
कि मैं अपना घर नवा बनाना चाहना वा। देखो, जदों तुसी असी रब वाले बन्ने चलांगे ना, ते रब आप बौड़ी करदा है। ਉਹ ਸਾਡੇ ਜਹਨ ਵਿੱਚ ਜਿਹੜੀ ਗੱਲ ਚੱਲ ਵੀ ਰਹੀ ਹੁੰਦੀ ਹੈ, ਉਸ ਨੂੰ ਵੀ ਉਹ ਪੂਰਾ ਕਰਦਾ ਹੈ। ਭਗਤ ਨਾਮਦੇਵ ਜੀ ਦੀ ਇੱਕ ਇੱਛਾ ਸੀ ਕਿ ਮੇਰੀ ਇੱਕ ਕੁੱਲੀ ਬਣੇ। ਰੱਬ ਨੇ ਪੁਕਾਰ ਸੁਣ ਲਈ। ਰੱਬ ਆਪ ਉਸ ਕੁੱਲੀ ਨੂੰ ਬਣਾਉਣ ਵਾਸਤੇ ਆ ਗਿਆ। ਧਿਆਨ ਦੇਣਾ, ਕਿਉਂਕਿ ਭਗਤਾਂ ਦੇ ਕਾਰਜ ਪ੍ਰਭੂ ਆਪ ਸਵਾਰਦਾ ਹੈ। ਸਾਨੂੰ ਮੰਗਤਾ ਬਣਨ ਦੀ ਜਾਚ ਆ ਜਾਏ ਬਸ। ਗੋਪਾਲ ਤੇਰਾ ਆਰਤਾ। ਆਰਤਾ ਕੀ ਹੈ? ਮੰਗਤਾ ਹੀ ਹੈ। ਆਰਤੇ ਤੋਂ ਅਖਰੀ ਅਰਥ ਕਰਾਂਗੇ ਤੇ ਉਹ ਮੰਗਤਾ ਮੰਨਿਆ ਜਾਂਦਾ ਹੈ। ਜਿਹੜਾ ਰੋਜ਼ ਆਰਤੀ ਦੇ ਵੇਲੇ ਮੰਦਰਾਂ ਵਿੱਚ ਆਰਤੀ ਹੁੰਦੀ ਹੈ, ਗੁਰੂ ਸਾਹਿਬ ਨੇ ਆਰਤਾ ਕਿਹਾ, ਭਾਵ ਕਿ ਮੰਗਤਾ ਉਸ ਦੇ ਦਰ ਦਾ। ਵੈਸੇ ਅਸੀਂ ਸਾਰੇ ਹੀ ਮੰਗਤੇ ਹਾਂ ਉਸ ਦੇ ਦਰ ਦੇ। ਭਾਵੇਂ ਰਾਜੇ ਨੇ, ਭਾਵੇਂ ਖਾਨ, जितने पाशाह, शाह, राजे, खान, उमराव, सिकदार हैं, तितने सब हर के किए। जो किछ हर कराए सो ओए करे, सब हर के अर्थीए। अर्थीए तो भाव ही मंगता ही है। कहना जितने जितने तुसी राजे, पाशाह, खान, सुल्तान, सिकदार देख रहे हो ना, मायाधारी, दरअसल सारे ही परमात्मा दे घर दे मंगते ਹਨ। कितने कीमती बोल ने गुरु पातशाह दे कि सारे असी उस घर दे ही मंगते हाँ। मंगते जे माया नाल ही साडी लोड़ पूरी हो जाती ਤੇ ਮੈਂ ਨਹੀਂ ਸਮਝਦਾ ਕਿ ਗੁਰਦੁਆਰੇ, ਮੰਦਰਾਂ, ਮਸਜਿਦਾਂ ਵਿੱਚ ਕਰੋੜਾਂਪਤੀ ਆ ਕੇ ਤੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰ ਰਹੇ ਹੋਣ ਇੱਕ ਮੰਗਤਾ ਬਣ ਕੇ। ਮੈਂ ਉਹਨਾਂ ਵੱਲ ਵੇਖ ਕੇ, ਮਾਇਆਧਾਰੀ ਵੱਲ ਵੇਖ ਕੇ ਕਹਿੰਦਾ, ਮੈਂ ਕਿਹਾ ਮਹਾਰਾਜ, ਕੋਈ ਜਿਤਨੇ ਮਰਜ਼ੀ ਸ਼ਾਹੂਕਾਰ ਵੀ ਬਣ ਜਾਏ, ਪਰ ਤੇਰੇ ਦਰ ਦੇ ਭਿਖਾਰੀ ਹੀ ਰਹਿਣਗੇ। ਜੇ ਮਾਇਆ ਨਾਲ ਹੀ ਸਾਰੇ ਕਾਰਜ ਪੂਰੇ ਹੁੰਦੇ ਤੇ ਉਹ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ, ਤੁਹਾਡੇ ਸਨਮੁਖ ਹੋ ਕੇ ਕਿਉਂ ਮੰਗਤਾ ਬਣ ਕੇ ਅਰਦਾਸ ਕਰ ਰਹੇ ਨੇ? ਇੱਥੋਂ ਪਤਾ ਲੱਗਦਾ ਹੈ ਕਿ ਸਾਰੇ ਕਾਰਜ ਮਾਇਆ ਨਹੀਂ ਕਰਦੀ, ਉਹਦੇ ਵਿੱਚ ਵੀ ਮਿਹਰ ਦੀ ਲੋੜ ਚਾਹੀਦੀ ਹੈ, ਕਿਰਪਾ ਦੀ, ਜਿਹਦੀ ਬਾਬਤ ਗੁਰੂ ਪਾਤਸ਼ਾਹ ਨੇ ਕਿਹਾ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਅੱਗੋਂ ਇੱਕ ਛੋਟਾ ਜਿਹਾ ਅੱਖਰ ਆਇਆ, ਉਹਦੇ ਉੱਤੇ ਹੀ ਸਾਰੀ ਸਾਡੀ ਖੇਲ ਖੜੀ ਹੋਈ ਹੈ। ਜੇ ਸਤਿਗੁਰ ਨਦਰ ਕਰੇ। ਘਰ ਵਿੱਚ ਬੱਚੀ ਦੀ ਸ਼ਾਦੀ ਹੈ, ਬੱਚੇ ਦੀ ਸ਼ਾਦੀ ਹੈ, ਕਿਸੇ ਦੀ ਵੀ, ਸਾਰੇ ਇੰਤਜ਼ਾਮ ਕੀਤੇ ਨੇ। ਬੈਂਡ, ਬੈਂਕਟ ਹਾਲ, ਘੋੜੀ, ਜੋ ਵੀ ਸਾਜੋ ਸਮਾਜ ਸਭ ਤਿਆਰ ਹੈ। ਕਿਉਂ? ਗੁਰੂ ਦੇ ਚਰਨ ਪਵਾਈ ਦੇ ਨੇ, ਇਸੇ ਕਾਰਨ ਕਿ ਜੇ ਉਹਦੀ ਨਜ਼ਰ ਨਾ ਹੋਈ ਤੇ ਕੀ ਪਤਾ ਘਰ ਦੇ ਬਾਹਰੋਂ ਹੀ ਬਰਾਤ ਵਾਪਸ ਨਾ ਚਲੀ ਜਾਏ। ਇੱਥੋਂ ਪਤਾ ਲੱਗਦਾ ਹੈ ਕਿ ਸਾਰਾ ਕੁਝ ਉਹਦੀ ਨਜ਼ਰ ਦੇ ਵਿੱਚ ਟਿਕਿਆ ਹੋਇਆ ਹੈ। ਭਗਤ ਨਾਮਦੇਵ ਜੀ ਨੇ ਕੁੱਲੀ ਬਣਾਉਣੀ ਸ਼ੁਰੂ ਕੀਤੀ। ਮਨ ਵਿੱਚ ਆਇਆ ਕਿ ਮੇਰਾ ਸੋਹਣਾ ਘਰ ਹੋਵੇ, ਔਰ ਕਮਾਲ ਦੀ ਗੱਲ, ਪਰਮਾਤਮਾ ਆਪ ਆ ਗਿਆ। ਸੰਤਾਂ ਕੇ ਕਾਰਜ ਆਪ ਖਲੋਇਆ। ਮੈਂ ਅਕਸਰ ਬੇਨਤੀ ਕਰਨਾ, ਬਿਨਾਂ ਨਾਮ, ਜਿਹੜੇ ਨਾਮ ਨਹੀਂ ਸਖਣੇ ਨਾ ਨਾਮ ਤੋਂ, ਉਹ ਵੀ ਅਰਦਾਸ ਕਰਦੇ ਨੇ ਨਾ, ਤੇ ਰੱਬ ਉਹਨਾਂ ਦੀ ਅਰਦਾਸ ਸੁਣਦਾ ਹੈ।
ਪਰ ਰੱਬ ਉਹਨਾਂ ਦੀ ਅਰਦਾਸ ਸੁਣ ਕੇ ਕਿਸੇ ਦੀ ਡਿਊਟੀ ਲਗਾਉਂਦਾ ਹੈ। ਪਰ ਪਰਮਾਤਮਾ ਜਦੋਂ ਆਪਣੇ ਭਗਤ ਦੀ, ਆਪਣੇ ਪਿਆਰੇ ਦੀ, ਕਿਸੇ ਗੁਰਮੁਖ ਦੀ ਜਿਹਦੇ ਮਨ ਵਿੱਚ ਇੱਛਾ ਹੋਵੇ ਤੇ ਉਹ ਪਰਮਾਤਮਾ ਫਿਰ ਉਹਦੇ ਘਰ ਵਿੱਚ ਬੱਚੀ ਜਾਂ ਬੱਚੇ ਦੀ ਸ਼ਾਦੀ ਹੋਏ, ਪਰਮਾਤਮਾ ਆਪ ਆਉਂਦਾ ਹੈ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਰਾਮ ਪਰਮਾਤਮਾ ਆਪ ਚੱਲ ਕੇ ਉਹਦੇ ਕਾਰਜ ਕਰਾਉਣ ਆਇਆ ਹੈ। ਵੱਡੀ ਗੱਲ ਹੈ। ਮੈਂ ਅਕਸਰ ਬੇਨਤੀ ਵੀ ਕਰਨਾ, ਜਿਹਦੇ ਘਰਾਂ ਵਿੱਚ ਸ਼ਾਦੀ ਹੁੰਦੀ ਹੈ, ਇਹ ਗੱਲ ਨੋਟ ਕਰ ਲੈਣਾ, ਅਸੀਂ ਪਹਿਲਾ ਕਾਰਡ ਗੁਰੂ ਦੇ ਘਰ ਦੇਣ ਜਾਂਦੇ ਹਾਂ। ਇਹ ਸਾਡੀ ਇੱਕ ਪਰੰਪਰਾ ਹੈ। ਡੱਬਾ ਜੋ ਵੀ ਸ਼ਰਧਾ ਹੈ, ਨਾਲ ਭਾਵਨਾ ਹੈ, ਸਮਰੱਥਾ ਹੈ, ਜਾਂ ਹਰਕ੍ਰਿਸ਼ਨ ਪਾਤਸ਼ਾਹ ਦੀ ਦਰ ਤੇ ਜਾਂ ਗੁਰੂ ਤੇਗ ਬਹਾਦਰ ਸਾਹਿਬ ਤੇ, ਤੁਸੀਂ ਇਹ ਸਮਝੋ ਕਿ ਆਪਣੀ ਬੱਚੀ ਤੇ ਬੱਚੇ ਦੀ ਸ਼ਾਦੀ ਵਿੱਚ ਸਭ ਤੋਂ ਪਹਿਲਾਂ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਸੱਦਾ ਪੱਤਰ ਦੇ ਕੇ ਆਏ ਹੋ। ਸਮਝ ਗਏ? ਇਨਵੀਟੇਸ਼ਨ ਕਾਰਡ, ਕਿ ਗੁਰੂ ਸਾਹਿਬ ਤੁਹਾਡੇ ਬੱਚੇ ਦੀ ਸ਼ਾਦੀ ਹੈ ਤੇ ਤੁਸੀਂ ਆ ਕੇ ਸ਼ਾਦੀ ਵਿੱਚ ਨੁਮਾਇੰਦਗੀ ਕਰਨੀ ਹੈ, ਸਾਰੀ ਭਾਵ ਬਹੁੜੀ ਕਰਨੀ ਹੈ, ਤੁਸੀਂ ਦੇਖ ਰੇਖ ਕਰਨੀ ਹੈ। ਹੁਣ ਘਰ ਵਿੱਚ ਸ਼ਾਦੀ ਹੈ, ਭੁੱਲ ਗਏ ਅਸੀਂ ਕਿ ਗੁਰੂ ਸਾਹਿਬ ਨੂੰ ਵੀ ਅਸੀਂ ਬੁਲਾਇਆ ਹੋਇਆ। ਜੇ ਉੱਥੇ ਮਾੜੀ ਚੀਜ਼ਾਂ ਦੀ, ਸ਼ਰਾਬ ਦੀ, ਹੋਰ ਚੀਜ਼ਾਂ ਦੀ ਵਰਤਾਂ ਕਰਾਂਗੇ, ਬਾਹਰੋਂ ਮੈਂ ਅੱਖਰ ਵਰਤਣਾ ਨਹੀਂ ਚਾਹੁੰਦਾ, ਜੇ ਉਹ ਸਾਨੂੰ ਮਹਾਂਪੁਰਖ ਕਹਿੰਦੇ ਸਨ ਪਹਿਲਾਂ ਪੈਸੇ ਦੇ ਕੇ ਕੰਜਰੀਆਂ ਨਚਾਉਂਦੇ ਸਨ, ਮੈਨੂੰ ਖਿਮਾ ਕਰ ਦੇਣਾ, ਹੁਣ ਸਾਡੇ ਘਰ ਦੀਆਂ ਬੱਚੀਆਂ ਹੀ ਇਹ ਕੰਮ ਰੋਲ ਕਰ ਦਿੰਦੀਆਂ ਨੇ। ਗੁਰੂ ਤੇਗ ਬਹਾਦਰ ਬਾਬਾ ਜੀ ਨੂੰ ਕਿਤਨਾ ਦੁੱਖ ਹੁੰਦਾ ਹੋਏਗਾ, ਜਿਸ ਨੂੰ ਤੁਸੀਂ ਇਨਵਾਈਟ ਕੀਤਾ ਔਰ ਉਹ ਤੁਹਾਡੇ ਨਾਲ ਖੜਾ ਹੈ। ਤੁਸੀਂ ਇਹ ਵੀ ਅਰਦਾਸ ਕਰਕੇ ਆਉਂਦੇ ਹੋ, ਬਾਬਾ ਜੀ ਸਾਡੇ ਸਾਰੇ ਕਾਰਜ ਨਿਰਵਿਘਨਤਾ ਸਾਹਿਬ ਪੂਰਨ ਕਰਾਉਣਾ, ਤੇ ਗੁਰੂ ਸਾਹਿਬ ਫਿਰ ਕੀ ਕਰਦਾ ਹੈ? ਆਪ ਚੱਲ ਕੇ ਨਾਲ ਆਉਂਦਾ ਹੈ। ਤੁਸੀਂ ਉੱਤੇ ਸ਼ਰਾਬ ਦੀ ਬਾਰ ਲਾਈ ਹੋਈ ਹੈ, ਤੇ ਕਿਤਨਾ ਦੁੱਖ ਗੁਰੂ ਨੂੰ ਹੋ ਰਿਹਾ ਹੋਏਗਾ, ਇਹਦਾ ਅੰਦਾਜ਼ਾ ਅਸੀਂ ਔਰ ਤੁਸੀਂ ਨਹੀਂ ਲਗਾ ਸਕਦੇ। ਸੋ ਮੈਂ ਇਹ ਵੀ ਗੱਲ ਜ਼ਿਕਰ ਕਰਾਂਗਾ ਕਿ ਅਸੀਂ ਇਹ ਚੀਜ਼ਾਂ ਦੀ ਦੁਰਵਰਤੋਂ ਜਾਂ ਇਸ ਮਾੜੀਆਂ ਚੀਜ਼ਾਂ ਨੂੰ ਅਸੀਂ ਪਰਹੇਜ਼ ਕਰੀਏ, ਇੱਥੋਂ ਦੀ ਹਟ ਕੇ, ਜਾਂ ਤਾਂ ਫਿਰ ਗੁਰੂ ਸਾਹਿਬ ਨੂੰ ਕਾਰਡ ਨਾ ਦਈਏ। ਜੇ ਅਸੀਂ ਇਹ ਵੇਲੇ ਮਾੜੇ ਕੰਮ ਕਰਨੇ ਨੇ ਤਾਂ ਹੀ ਫਿਰ ਬੱਚੇ ਅੱਜ ਕੱਲ੍ਹ ਦੇਖੋ 6 ਮਹੀਨੇ 8 ਮਹੀਨੇ ਸਾਲ ਬਾਅਦ ਕੋਰਟ ਵਿੱਚ ਕੇਸ ਪਏ ਹੁੰਦੇ ਨੇ, ਕੋਰਟ ਦੇ ਕੇਸ ਭਰੇ ਪਏ ਨੇ। ਚਲੋ ਇਹ ਵਿਸ਼ਾ ਨਹੀਂ ਹੈ। ਰੱਬ ਨੇ ਕੀ ਕੀਤਾ? ਆਪ ਉਹਦੀ ਕੁੱਲੀ ਛੰਨ, ਜਿਹੜੀ ਕਹਿੰਦੇ ਨੇ, ਜਿਹਨੂੰ ਪਹਿਲਾਂ ਕਹਾਣੀਆਂ ਦੀ ਛੰਨ ਹੁੰਦੀ ਸੀ, ਉਹ ਛੰਨ ਆਪ ਬਣਾਈ ਆ ਕੇ। ਹੁਣ ਜਦੋਂ ਬਣੀ, ਲੋਕ ਵੇਖ ਕੇ ਦੰਗ ਰਹਿ ਗਏ। ਵਾਹ ਨਾਮਦੇਵ ਜੀ, ਕਮਾਲ ਕਰ ਦਿੱਤੀ ਤੁਹਾਡੀ ਛੰਨ, ਤੇ ਮੈਂ ਕਹਿੰਦਾ ਇੱਥੇ ਕਿਸੇ ਨੇ ਬਣਾਈ ਨਹੀਂ। ਤੇ ਉਹਦੇ ਪਰਥਾਏ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਇੱਕ ਸ਼ਬਦ ਦਰਜ ਕੀਤਾ, ਪਾੜ ਪੜੋਸਨ ਪੂਛ ਲੈ ਨਾਮਾ। ਪਾੜ ਕਹਿੰਦੇ ਨੇ ਨਾਲ ਦੀ ਪੜੋਸਨ ਆ ਗਈ। ਨਾਮਾ, ਨਾਮਦੇਵ ਜੀ ਕੋਲ ਕੀ ਪੁੱਛ ਰਹੀ ਹੈ? ਕਾਂ ਪਹਿਛਾਨ ਛਵਾਈ ਹੋ। ਤੂੰ ਇਹ ਜਿਹੜੀ ਛੰਨ ਜਿਹੜੀ ਬਣਾਈ ਏ, ਤੂੰ ਕਿਹਦੇ ਕੋਲ ਬਣਵਾਈ ਹੈ? ਮੈਨੂੰ ਵੀ ਉਸ ਬੇਡੀ ਦਾ ਦੱਸ, ਉਸ ਤਰਖਾਨ ਦਾ ਦੱਸ, ਜਿਸ ਤਰਖਾਨ ਨੇ ਤੇਰੀ ਇਤਨੀ, ਘਰ ਵੀ ਕੋਈ ਚੀਜ਼ ਤੁਸੀਂ ਵਧੀਆ ਬਣਾਓ ਤੇ ਪੜੋਸੀ ਪੁੱਛਦੇ ਹੀ ਨੇ ਨਾ ਕਿ ਵਾਹ ਬਈ ਇਹ POP ਬੜੀ ਵਧੀਆ ਕਰਾਈ ਆ, ਘਰ ਦੀ ਰੈਨੋਵੇਸ਼ਨ ਬਹੁਤ ਵਧੀਆ ਹੋਈ ਏ, ਕਿਹੜਾ ਕਾਰੀਗਰ ਹੈ ਮੈਨੂੰ ਦੱਸ। ਤੋਪੈ ਦੁਗਣੀ ਮਜ਼ਦੂਰੀ ਦੇਹੂ। ਉਹ ਕੀ ਕਹਿ ਰਹੀ ਹੈ ਪੜੋਸਨ ਨਾਮਦੇਵ ਜੀ ਨੂੰ? ਜਿੰਨੀ ਤੂੰ ਮਜ਼ਦੂਰੀ ਦਿੱਤੀ ਹੈ ਨਾ, ਉਸ ਤੋਂ ਦੁਗਣੀ ਮੈਂ ਦਾਂਗੀ। ਮੋਕੋ ਬੇਡੀ ਦੇਹੋ ਬਤਾਈ ਰੇ। ਮੈਨੂੰ ਉਹ ਬੇਡੀ ਦੱਸ ਦੇ ਜਿਸ ਤਰਖਾਨ ਕੋਲੋਂ, ਜਿਸ ਕਾਰੀਗਰ ਕੋਲੋਂ ਤੂੰ ਇਹ ਸੁੰਦਰ ਜੀ ਆਪਣੇ ਘਰ ਦੀ ਕੁੱਲੀ ਛੰਨ ਬਣਾਈ ਹੈ। ਤੇ ਅੱਗੋਂ ਫਿਰ ਨਾਮਦੇਵ ਜੀ ਕੀ ਕਹਿ ਰਹੇ ਨੇ? ਰੀ ਬਾਈ ਨੀ ਮੇਰੀ ਭੈਣੇ, ਬੇਡੀ ਦੇਣ ਨਾ ਜਾਈ। ਤੂੰ ਉਸ ਬੇਡੀ ਦੀ ਨਾ ਮਜ਼ਦੂਰੀ ਜਿਹੜੀ ਕਹਿ ਰਹੀ ਹੈ ਨਾ, ਤੂੰ ਦੇ ਨਹੀਂ ਪਾਏਂਗੀ। ਉਹ ਆਪਣੇ ਵੱਲੋਂ ਕਹਿ ਰਹੀ ਹੰਕਾਰ ਵਿੱਚ, ਮਾਇਆ ਦੇ ਨਸ਼ੇ ਵਿੱਚ। ਉਹਨੂੰ ਕੀ ਪਤਾ ਕਰਨ ਕਰਾਵਨ ਹਾਰ ਸੁਆਮੀ, ਉਸ ਮਾਲਕ ਨੇ ਆ ਕੇ ਬਣਾਈ ਹੈ।
ਉਹ ਕਹਿੰਦਾ ਦੇਖ ਬੇਡੀ, ਉਹ ਕਹਿੰਦੇ ਫਿਰ ਕੀ ਹੈ? ਦੇਖ ਬੇਡੀ ਰਹੋ ਸਮਾਈ। ਇਹ ਭੈਣੇ, ਇਹ ਜਿਹੜੀ ਬੇਡੀ ਹੈ ਨਾ, ਇਹ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ, ਜਿਹਨੇ ਮੇਰੀ ਨਾ ਕੁੱਲੀ ਬਣਾਈ ਹੈ। ਹਮਾਰੇ ਬੇਡੀ ਪ੍ਰਾਣ ਆਧਾਰਾ, ਜਿਹੜੀ ਮੇਰੀ ਬੇਟੀ ਹੈ ਨਾ, ਉਹ ਸਾਰਿਆਂ ਦਾ ਪ੍ਰਾਣ ਦਾ ਆਧਾਰ ਹੈ। ਉਹ ਤੇਰੇ ਪ੍ਰਾਣਾਂ ਵਿੱਚ ਵੀ ਚੱਲ ਰਹੀ ਹੈ, ਮੇਰੇ ਪ੍ਰਾਣਾਂ ਵਿੱਚ ਵੀ ਚੱਲ ਰਹੀ ਹੈ। ਤੇ ਫਿਰ ਕੀ ਮਜ਼ਦੂਰੀ ਦੇਵਾਂ? ਕਹਿੰਦੀ ਮੈਨੂੰ ਦੱਸੋ ਫਿਰ ਮੈਂ ਅਗਰ ਕੀ ਮਜ਼ਦੂਰੀ ਦੇਵਾਂ? ਬੜੇ ਸੁੰਦਰ ਬੋਲ ਬੋਲੇ। ਕਹਿੰਦੇ ਨੇ ਜੇ ਰੱਬ, ਜੇ ਇਹ ਵਜੀ ਤੂੰ ਕੁੱਲੀ ਤੂੰ ਵੀ ਬਣਾਉਣਾ ਚਾਹਨੀ ਹੈ ਨਾ, ਤੇ ਮੇਰੀ ਇੱਕ ਗੱਲ ਸੁਣ ਲੈ, ਬੇਡੀ ਪ੍ਰੀਤ ਮਨਜੂਰੀ ਮੰਗ ਹੈ, ਜੋ ਕਉ ਛਾਣ ਛਵਾਵੇ ਹੋ। ਕਹਿੰਦੇ ਜੇ ਤੂੰ ਚਾਹਨੀ ਹੈ ਨਾ ਇਹ ਵਜੀ ਕੁੱਲੀ ਮੇਰਿਆ ਵੀ ਘਰ ਬਣੇ, ਤੇ ਤੂੰ ਪ੍ਰੀਤ ਪ੍ਰੇਮ ਦੀ ਮਜ਼ਦੂਰੀ ਮੰਗਦਾ। ਜੇ ਤੂੰ ਉਹਦੇ ਨਾਲ ਪ੍ਰੇਮ ਪਾਲੇਂਗੀ ਨਾ ਭੈਣੇ, ਮੈਂ ਤੈਨੂੰ ਸੱਚ ਕਹਿ ਰਿਹਾ, ਤੈਨੂੰ ਕੋਈ ਦੁਨੀਆ ਦੇ ਮਾਇਕ ਪਦਾਰਥਾਂ ਦੀ, ਤੈਨੂੰ ਕੋਈ ਜਾਂ ਮਾਇਕ ਚੀਜ਼ਾਂ ਦੀ ਉਹ ਪ੍ਰਮਾਤਮਾ ਨੂੰ ਲੋੜ ਨਹੀਂ ਹੈ। ਉਹ ਤੇ ਪ੍ਰੀਤ ਦੀ ਮਨਜ਼ੂਰੀ ਮੰਗਦਾ ਹੈ। ਤੂੰ ਉਹਦੇ ਨਾਲ ਰਿਸ਼ਤਾ ਬਣਾਉਣਾ ਨਾ, ਪ੍ਰੇਮ ਦਾ ਬਣਾ ਲੈ। ਦੇਖੋ ਦੁਨੀਆ ਦੇ ਜਿਤਨੇ ਰਿਸ਼ਤੇ ਨੇ ਨਾ, ਸਵਾਰਥ ਤੇ ਖੜੇ ਨੇ। ਤੁਸੀਂ ਜਿਸ ਦਿਨ ਇੱਕ ਬੰਦੇ ਨਾਲ ਜਿੰਨਾ ਮਰਜ਼ੀ ਕਰ ਲਓ, ਇਹ ਮੈਂ ਦੁਨਿਆਵੀ ਗੱਲ ਕਰ ਰਿਹਾ, ਗੁਰਬਾਣੀ ਦੇ ਆਧਾਰ ਤੇ ਬਹੁਤਾ ਕਰ ਦੋ, ਇੱਕ ਵਾਰੀ ਕਦੀ ਉਦੋਂ ਮੰਗਣ ਆਵੇ ਤੁਸੀਂ ਮਨਾ ਕਰ ਦੋ, ਭਾਵੇਂ ਤੁਸੀਂ 10 ਵਾਰੀ ਉਹਨੂੰ ਉਹਦੇ ਕਾਰਜ ਸਵਾਰੇ ਨੇ, ਪਰ ਉਹ ਤੁਹਾਡੇ ਨਾਲ ਜੁੜੀ ਹੋਈ ਤੁਹਾਡੇ, ਮੈਂ ਕਹਾਂਗਾ ਤੁਹਾਡੀ ਪੁੱਛਲ ਕਰਕੇ, ਮੀਨਸ ਤੁਹਾਡੀ ਮਾਇਆ ਕਰਕੇ। ਜਿਸ ਦਿਨ ਤੁਸੀਂ ਕਿਸੇ ਨੂੰ ਮਨਾ ਕਰ ਦਿੱਤਾ, ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੇ, ਪਾਤਸ਼ਾਹ ਕਹਿੰਦੇ ਨੇ ਜਿਸ ਦਿਨ ਕਦੀ ਉਹਨਾਂ ਦਾ ਸਵਾਰਥ ਪੂਰਾ ਨਾ ਹੋਵੇ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਉਸ ਦਿਨ ਨਾ, ਉਸ ਤੋਂ ਬਾਅਦ ਤੇਰੇ ਨੇੜੇ ਨਹੀਂ ਉਹ ਲੱਗੇਗਾ। ਭਾਵੇਂ ਤੂੰ 10 ਵਾਰੀ ਉਹਦੇ ਕੰਮ ਅੰਦਰ ਖਾਤੇ ਕੀਤੇ ਹੋਣ, ਬੱਚੀ ਦੀ ਸ਼ਾਦੀ ਜਾਂ ਹੋਰ ਉਹਦੀਆਂ ਮੁਸ਼ਕਲਾਂ ਕੱਢੀਆਂ ਹੋਣ, ਪਰ ਜਿਸ ਦਿਨ ਤੂੰ ਉਹਨੂੰ ਮਨਾ ਕਰ ਦਿੱਤਾ ਨਾ, ਉਹਨੇ ਤੇਰੇ ਤੋਂ ਨਾਤਾ ਤੋੜ ਦੇਣਾ। ਤੇ ਪ੍ਰੀਤ ਇਹੋ ਜਿਹੀ ਨਹੀਂ ਹੁੰਦੀ। ਪ੍ਰੀਤ ਤੇ ਹੁੰਦੀ ਏ ਆਪਣਾ ਆਪ ਮੇਟ ਦੇਣਾ। ਜੇ ਪਰਮਾਤਮਾ ਨੇ ਕਹਿਤਾ ਤਾਂ ਵੀ ਠੀਕ ਹੈ, ਪ੍ਰੀਤ ਪਾਈ ਸੀ ਭਾਈ ਲੈਣੇ ਨੇ, ਇਹੋ ਜਿਹੀ ਪ੍ਰੀਤ। ਤੇ ਉਹ ਕਹਿੰਦੇ ਨੇ, ਨਾਮਦੇਵ ਜੀ ਕਹਿੰਦੇ ਨੇ, ਉਹ ਮੰਗਦਾ ਪ੍ਰੀਤ। ਜੇ ਤੂੰ ਪ੍ਰੀਤ ਉਹਦੇ ਨਾਲ ਪਾਲੇਂਗੀ ਨਾ, ਲੋਕ ਕੁਟੰਬ ਸਬੂ ਤੇ ਤੋਰੇ, ਤੋ ਆਪਨ ਬੇਡੀ ਆਵੇ ਹੋ। ਇਹ ਜਿੰਨੇ ਲੋਕ ਪਰਿਵਾਰ ਸੰਬੰਧ ਨੇ ਨਾ, ਇਹਦੇ ਅੰਦਰੋਂ ਤੈਨੂੰ ਪਕੜ ਛੱਡਣੀ ਪਏਗੀ। ਜੇ ਨਿਰੰਕਾਰ ਨੂੰ ਮਿਲਣਾ ਹੀ ਤੇ ਸੰਸਾਰ ਦੀ ਪਕੜ ਛੱਡਣੀ ਪਏਗੀ। ਨਿਰੰਕਾਰ ਤਾਂ ਹੀ ਸਾਡੇ ਕੋਲ ਨਹੀਂ ਆਉਂਦਾ ਜਦ ਤੱਕ ਸੰਸਾਰ ਦੇ ਵਿੱਚ ਅਸੀਂ ਚਿਮੜੇ ਪਏ ਹਾਂ। ਛੱਡਣਾ ਨਹੀਂ ਹੈ, ਪਕੜ ਛੱਡਣੀ ਹੈ। ਤੇ ਇਸ ਕਰਕੇ ਭਗਤ ਨਾਮਦੇਵ ਜੀ ਨੇ ਉਹਨੂੰ ਸਮਝਾਇਆ ਕਿ ਬੇਡੀ ਉਹਦੀ ਮਜ਼ਦੂਰੀ ਜਿਹੜੀ ਹੈ ਉਹ ਪ੍ਰੀਤ ਦੀ ਹੈ, ਕਿਉਂਕਿ ਭਗਤਾਂ ਦੇ ਕਾਰਜ ਜਿਹੜੇ ਹੁੰਦੇ ਨੇ ਨਾ, ਉਹ ਆਪ ਸਵਾਰਦਾ ਹੈ। ਮੈਨੂੰ ਕਬੀਰ ਜੀ ਦੀ ਗੱਲ ਯਾਦ ਆਉਂਦੀ ਹੈ। ਮਾਂ ਕਬੀਰ ਦੀ ਨਾ, ਮੈਂ ਤਾਂ ਭਗਤਾਂ ਦਾ ਜ਼ਿਕਰ ਕਰ ਰਿਹਾ ਕਿ ਸਾਡਾ ਵਿਸ਼ਵਾਸ ਜਿਸ ਤਰ੍ਹਾਂ ਭਗਤਾਂ ਦਾ ਬਣਿਆ ਹੈ ਨਾ, ਉਸ ਤਰ੍ਹਾਂ ਸਾਡਾ ਬਣ ਜਾਏ। ਭਗਤਾਂ ਨੇ ਭਰੋਸੇ ਦੀ ਐਸੀ ਗੰਢ ਬੰਨੀ, ਪਰਮਾਤਮਾ ਨੂੰ ਸਾਡੇ ਮਹਾਂਪੁਰਖ ਕਹਿੰਦੇ ਸਨ ਲੁੱਟ ਕੇ ਖਾ ਲਿਆ। ਇਹ ਪਿਆਰ ਵਿੱਚ ਕਹਿੰਦੇ ਸਨ। ਜਿਸ ਤਰ੍ਹਾਂ ਬੱਚਾ ਪਿਆਰ ਵਿੱਚ ਪਿਓ ਦੀ ਦਾੜੀ ਫੜ ਲੈਂਦਾ ਨਾ, ਭਾਵ ਕਿ ਜਦੋਂ ਪਿਆਰ ਵਿੱਚ ਹੁੰਦਾ ਨਾ ਬੱਚਾ, ਤੇ ਪਿਤਾ ਵੀ ਲਾਡ ਵਿੱਚ ਹੁੰਦਾ ਨਾ, ਤੇ ਉਹ ਸਾਰਾ ਕੁਝ ਦੇ ਦਿੰਦਾ, ਕਹਿੰਦਾ ਜਾ ਪੁੱਤਰ ਤੇਰਾ ਹੋ ਗਿਆ। ਮਾਂ ਕਬੀਰ ਦੀ ਰੋਵੇ, ਉਹ ਕਹਿੰਦੀ ਏ ਕਬੀਰ ਕੋਈ ਕੰਮ ਕਰ, ਤੂੰ ਕੰਮ ਤੇ ਕਰ ਨਹੀਂ ਰਿਹਾ, ਤੂੰ
देखो, जे बंदा काम वल ध्यान ना दवे, खाली परमात्मा वाले बनने करे, तो मां दी ते चिंता का विषय है। मुस मुस रोवे कबीर की माई, ये बारक जीवे कैसे रघुराई, ये मेरा बच्चा किवें जीवेगा। कबीर 3 दिन बाद तेरी बच्ची कमाली दी शादी है, और तेरे कोल एक पैसा नहीं, बच्चियां दे कपड़े नहीं, तू भी खद्दड़ दा पुराना जिहा चोला पाया है, और 3 दिन बाद तेरा की बनेगा। मुस मुस रोवे कबीर की माई, ये बारक कैसे जीवे रगराई, तनना बुनना सब तजियो है कबीर, हर का नाम लिख लियो शरीर। सब कुछ इन्हें छड़ दिता है, तनना बुनना सब कुछ छोड़ दिता है, इहदा ध्यान ही नहीं है। ये सिर्फ मुख तो वाहिगुरु 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 करता रहिंदा, राम राम करता रहिंदा है। इस तरह किवें गल चलेगी। मनु कहंदा जी राम कर देगा, अपने आप राम करेगा। मां कहंदी है कदी रब भी आके किसी दे कारज सवारदा है। ये कहण दीयां गल्लां ने कबीर, जद 3 दिन बाद तेरे घर बरात आनी है ना, उस वेले की बनेगा तेरा। ते मां ने की कीता हुंदा है, कुछ सेविंग कीती हुंदी है, उन्हें अंदरों एक पैसे जोड़ जोड़ के खद्दड़ दा थान जोड़िया होया सी। उन्हें कहा कबीर ए थान लै जा, और महंगे भाव तो वेच के अपनी भी सोहनी पोशाक पा लै, ते बच्चियां दे भी कपड़े सवा लै, क्योंकि खद्दड़ दा थान हथ दा बुनिया सी। कबीर लै गया, पर एक गल याद रखी, इहो ही आ मेरे कोल कुछ, जे ये भी तू लुटाया तो फिर साडे पल्ले कुछ भी नहीं हैगा। कबीर साहब चल पे, हले अध राह पहुंचे, सामने कोई नाम जपण वाला संत सामने आ गया। कहंदा जी कबीर नूं, कहंदा कबीर दे घर जाना है मैं। कित्थे वे कबीर दा घर? कबीर कहंदा हद हो गई है, मेरे घर जाना है, मेरा ही एड्रैस पूछ रहा है। कमाल दी गल है। कबीर कहंदा दसो की काम है कबीर नाल? कहंदा जी नहीं, कबीर नाल ही काम है। कहंदा मनु दस दो। कहंदा जी मेरा ते कपड़े पाटे ने, ते मैं सुनिया कबीर ते बड़ा ही दानी आदमी है, वो ते कोई भी जावे, क्योंकि कबीर दे घर मेले लगे ही रहंदे सन, नाम जपण वालियां दे, कीर्तन करन वालियां दे आए रहंदे सी आए दिन। ते कबीर साहब बैठे ने, ते कोई ना कोई आंदा सी, वंड दिंदे सी जो कुछ है वे। क्योंकि भगत की डेफिनेशन भी यही हुई है। भगत फरीद जी कहते ने, मत होंदी होए ए आना, ताण होंदे होए निताणा, अणहोंदे आप वंडाए, को ऐसा भगत सदाए। अणहोंदे जे कुछ भी ना होंदा होया, जिहड़ा कोई सामने मिल जाए, ਉਹਨੂੰ भी अपने विचों दे के भाई तेरा भी काम चल जाए तो मेरा भी चल जाए। ये भगत की डेफिनेशन है। भगत वो ने ये नहीं कि मैं अपना बचा के दूजे नहीं, वो कहता जिन्ना मेरे को तू आया में, तू भी लोड़मंद है, तू भी मेरे को ले लै। भगतां दी ते एक वजह सुभाव होंदा है। ते वो नाम जपण वाला कहंदा जी कबीर साहब दे घर जाना है, ते कुछ मेरी पोशाक पाटी है। वो जिहड़ा थान सी हथ विच, ਉਹਦੇ ਵਿੱਚੋਂ कपड़ा पाड़ के कुछ दे दिता। जद उस साधु नूं दिता, कहंदा कबीर साहब कहंदे ने मैं बनारस विच रहना, पर मैं सारे साधुआं नूं जानना वा, पर यह साधु नूं मैं अज तक देखिया नहीं कदी। उस वेले फिर वो कहंदा जी कबीर साहब दा फिर घर दसो। कहंदा हुण जिहड़ी चीज तैनूं चाहीदी सी मैं दे दित्ती है। ते कबीर साहब कहंदे दस की चाहिदा? कहंदे कबीर साहब हुंदे ते मैनूं बड़ा कुछ दिंदे। उन्होंने सारा थान चुक के दे दिता। वो थान चुक के दे दिता।
ਹੁਣ ਅੱਗੇ ਚਲਦੇ ਨੇ, ਕਹਿੰਦੇ ਨੇ ਹੁਣ ਕੀ ਹੋਏਗਾ। ਮਾਂ ਨੇ ਜਿਹੜੀ ਮੇਰੀ ਬੱਚੀ ਦੀ ਸ਼ਾਦੀ ਵਾਸਤੇ ਜੋੜਿਆ ਸੀ ਤੇ ਸਾਰਾ ਤਾਂ ਮੈਂ ਦੇ ਦਿੱਤਾ, ਤੇ ਮੇਰੀ ਹੁਣ ਬੱਚਿਆਂ ਦੀ ਸ਼ਾਦੀ ਕਿਵੇਂ ਹੋਏਗੀ। ਚਲੇ ਗਏ, ਜਾ ਕੇ ਗੰਗਾ ਕਿਨਾਰੇ ਬੈਠ ਗਏ, ਸੋਚਦੇ ਨੇ। 3 ਦਿਨ ਬਾਅਦ ਵਿਆਹ ਏ, ਤੇ ਜਿਹੜੀ ਚੀਜ਼ ਸੀ ਮੈਂ ਉਹ ਵੀ ਵੰਡ ਬੈਠਾ, ਤੇ ਕਿਵੇਂ ਬਣੇਗਾ। ਲੋਕੀ ਤੇ ਮੇਰਾ ਮਜ਼ਾਕ ਉਡਾਣਗੇ। ਜਿਹੜਾ ਕਬੀਰ ਲੋਕਾਂ ਨੂੰ ਰੱਬ ਤੇ ਭਰੋਸੇ ਦੀ ਗੱਲਾਂ ਬਾਤਾਂ ਕਥਾ ਕਹਾਣੀਆਂ ਸੁਣਾਉਂਦਾ ਸੀ, ਅੱਜ ਉਹਦੀ ਆਪਣੀ ਬੱਚੀ ਕਮਾਲੀ ਦਾ ਵਿਆਹ ਹੈ, ਉਹ ਕਿਵੇਂ ਹੋਏਗਾ। ਸੋਚੀ ਪਿਆ ਹੈ। ਸੰਤਨ ਦੁੱਖ ਪਾਏ ਤੇ ਦੁਖੀ। ਰੱਬ ਦੀ ਇਹ ਗੱਲ ਹੈ ਕਿ ਜਦੋਂ ਰੱਬ ਦੇ ਪਿਆਰੇ ਦੁਖੀ ਹੁੰਦੇ ਨੇ ਨਾ, ਉਦੋਂ ਕੋਈ ਹੋਰ ਦੁਖੀ ਹੋਵੇ ਨਾ ਹੋਵੇ, ਰੱਬ ਸਭ ਤੋਂ ਜ਼ਿਆਦਾ ਦੁਖੀ ਹੁੰਦਾ ਹੈ। ਇੱਧਰ ਰੱਬ ਨੇ ਕੀ ਕੀਤਾ, ਕਬੀਰ ਦਾ ਰੂਪ ਧਾਰ ਕੇ ਵੱਡੇ ਸਾਰਾ ਗੱਡਾ ਲਿਆ, ਬਲਦ ਅੱਗੇ ਲਾਏ, ਇਤਨਾ ਸਮਾਨ ਭਰ ਲਿਆ ਵਿਆਹ ਦਾ। ਆਪ ਕਬੀਰ ਦਾ ਰੂਪ ਧਾਰਿਆ, ਪੁਸ਼ਾਕ ਪਾ ਕੇ, ਤੇ ਜਾ ਕੇ ਸਿੱਧਾ ਕਬੀਰ ਦੇ ਘਰ ਦਰਵਾਜ਼ਾ ਖੜਕਾਇਆ। ਅੰਦਰੋਂ ਮਾਂ ਕਹਿੰਦੀ, ਕੌਣ। ਕਹਿੰਦਾ ਕਬੀਰ। ਆਇਆ ਤੇ ਇਤਨਾ ਸਮਾਨ। ਕਬੀਰ ਵੇਖ ਕੇ, ਮਾਂ ਕਬੀਰ ਦੀ ਵੇਖ ਕੇ ਹੈਰਾਨ ਹੋ ਗਈ। ਕਹਿੰਦੇ ਕਬੀਰ, ਇੰਨੇ ਪੈਸੇ ਮਾਇਆ ਕਿੱਥੋਂ ਲਿਆਂਦੀ ਹੈ। ਕਹਿੰਦੀ ਹਾਂ, ਕੋਈ ਸ਼ਾਹੂਕਾਰ ਮਿਲ ਗਿਆ ਸੀ ਤੇ ਉਹਨੇ ਥਾਣ ਦੇ ਬਦਲੇ ਇੰਨਾ ਕੁਛ ਦੇ ਦਿੱਤਾ। ਕਹਿੰਦੇ ਪਰ ਇੰਨੇ ਥਾਣ ਦੀ ਕੀਮਤ ਹੈ ਨਹੀਂ ਸੀ ਜਿੰਨਾ ਤੂੰ ਸਮਾਨ ਲਿਆ ਹੈ। ਉਹਨੂੰ ਥੋੜਾ ਜਿਹਾ ਖਟਕਾ ਹੋਇਆ ਮਾਂ ਨੂੰ। ਚਲੋ 3 ਦਿਨ ਬਾਅਦ ਘਰ ਵਿੱਚ ਸ਼ਾਦੀ ਸੀ, 3 ਦਿਨ ਬਾਅਦ ਬਰਾਤ ਆਈ। ਸੋਹਣੇ ਸੋਹਣੇ ਕੱਪੜੇ ਪਾਏ, ਕਬੀਰ ਨੇ ਖੁਦ ਪੁਸ਼ਾਕ ਵਧੀਆ ਪਾਈ। ਸਗੇ ਸੰਬੰਧੀ ਆਏ, ਸ਼ਹਿਰ ਪਿੰਡ ਵਾਲੇ ਆਏ, ਬਰਾਤੀ ਆਏ, ਕਮਾਲੀ ਦਾ ਵਿਆਹ ਹੋਇਆ। ਹੁਣ ਚਲਦੇ ਵਿਆਹ ਵਿੱਚ ਕਬੀਰ ਆਪ ਕੀ ਕਰ ਰਿਹਾ, ਜਿਤਨੀ ਵੀ ਸੰਗਤਾਂ ਸੀ, ਲੰਗਰ ਛਕ ਰਹੀਆਂ ਸੀ, ਸਭ ਦੀਆਂ ਉਹ ਝੂਠੇ ਪੱਤਰ ਲੈ ਕੇ ਚੁੱਕੀ ਜਾ ਰਿਹਾ ਸੀ, ਸੇਵਾ ਕਰ ਰਿਹਾ ਸੀ। ਮਾਂ ਕਹਿੰਦੀ ਹੈ ਕਬੀਰ, ਤੂੰ ਬਦਲਿਆ ਬਦਲਿਆ ਨਜ਼ਰ ਆ ਰਿਹਾ ਹੈ, ਇਹ ਤੂੰ ਕੀ ਕਰ ਰਿਹਾ ਹੈ। ਬੱਚੀ ਦੀ ਸ਼ਾਦੀ ਹੈ, ਤੂੰ ਖੁਦ ਐਵੇਂ ਕੰਮ ਕਰ ਰਿਹਾ ਹੈ। ਪਰ ਕਬੀਰ ਸਾਹਿਬ ਬੋਲੇ ਨੇ। ਸ਼ਾਮ ਹੋਈ, ਡੋਲੀ ਗਈ, ਵਿਦਾ ਕੀਤੀ ਡੋਲੀ। ਰਿਸ਼ਤੇਦਾਰਾਂ ਨੇ ਉਹ ਵਾਹ ਵਾਹ ਕੀਤੀ, ਕਬੀਰ ਸਾਹਿਬ ਤੁਹਾਡੀ ਲੜਕੀ ਦੀ ਸ਼ਾਦੀ ਤੇ ਅੱਜ ਕਮਾਲ ਹੋ ਗਈ, ਤੁਹਾਡੇ ਇਹੋ ਜਿਹਾ ਵਿਆਹ ਕਿੱਥੇ ਮੈਂ ਦੇਖਿਆ ਹੀ ਨਹੀਂ, ਪੂਰੇ ਪਿੰਡ ਵਿੱਚ ਇਹੋ ਜਿਹਾ ਵਿਆਹ ਨਹੀਂ ਹੋਇਆ। ਅਚਿੰਤ ਕੰਮ ਕਰੇ ਪ੍ਰਭ ਤਿਨ ਕਾ, ਜਿਨ ਹਰ ਕਾ ਨਾਮ ਪਿਆਰਾ। ਜਿਹੜੇ ਸਾਡੇ ਚੇਤੇ ਵਿੱਚ ਵੀ ਕੰਮ ਨਹੀਂ ਹੁੰਦੇ ਨਾ, ਉਹ ਵੀ ਗੁਰੂ ਸਵਾਰ ਦਿੰਦਾ ਹੈ। ਇੱਕ ਵਾਰੀ ਰੱਬ ਦੀ ਬੌਰੀ ਕਰਕੇ ਦੇਖੀਏ ਤੇ ਸਹੀ, ਉਹਦੀ ਚਾਕਰੀ ਕਰਕੇ ਤੇ ਦੇਖੀਏ, ਵਿਸ਼ਵਾਸ ਬਣਾ ਕੇ ਤੇ ਦੇਖੀਏ। ਅਸੀਂ ਕਰਨੇ ਆ ਚਾਕਰੀ, ਚਲੋ ਕਰ ਲੈਂਦੇ ਆ, ਵੇਖਨੇ ਆ ਕੀ ਹੁੰਦਾ ਕਿ ਨਹੀਂ ਹੁੰਦਾ। ਨਹੀਂ, ਭਗਤ ਲੋਕ ਜਿਹੜੇ ਹੁੰਦੇ ਨੇ ਉਹ ਰੱਬ ਤੇ ਹੀ ਸੱਟ ਦਿੰਦੇ ਨੇ ਸਾਰਾ ਕੁਝ। ਇਹ ਫਰਕ ਹੈ। ਤੇ ਸ਼ਾਮਾਂ ਪਈ, ਜਦੋਂ ਰਾਤ ਪਈ ਤੇ ਕਬੀਰ ਦੇ ਕਮਰੇ ਵਿੱਚ ਮਾਂ ਜਾ ਕੇ ਕਹਿੰਦੀ, ਇੱਕ ਗੱਲ ਦੱਸ ਕਬੀਰ, ਸੱਚੋ ਸੱਚੀ ਦੱਸੀ, ਕਿੱਥੋਂ ਕਰਜ਼ਾ ਫੜ ਕੇ ਤੇ ਨਹੀਂ ਆਉਂਦਾ ਕਿ ਇਤਨੀ ਮਾਇਆ, ਇਤਨੇ ਕੱਪੜੇ, ਇਤਨਾ ਕੁਛ। ਕਹਿੰਦਾ ਮਾਂ ਤੂੰ ਚਿੰਤਾ ਨਾ ਕਰ, ਤੂੰ ਸੋ ਜਾ, ਮੈਂ ਬੜਾ ਥੱਕਿਆ ਹੋਇਆ ਵਾਂ ਸਵੇਰ ਦਾ, ਸਵੇਰੇ ਗੱਲ ਕਰਾਂਗੇ। ਸਵੇਰ ਹੁੰਦੀ ਏ, ਰਿਸ਼ਤੇਦਾਰ ਵਾਹ ਵਾਹ ਕਰਦੇ ਨੇ, ਹੁੰਦੇ ਨੇ। ਸਵੇਰ ਉੱਠਦਿਆਂ ਮਾਂ ਕਬੀਰ ਦੇ ਕਮਰੇ ਵਿੱਚ ਜਾਂਦੀ ਹੈ। ਕਬੀਰ ਦੇ ਉਸ ਆਸਨ ਤੇ ਕਬੀਰ ਹੁੰਦੇ ਹੀ ਨਹੀਂ ਹੈ। ਮਾਂ ਬੜੀ ਦੁਖੀ ਹੁੰਦੀ ਹੈ, ਇੱਧਰ ਉੱਧਰ ਵੇਖਦੀ ਹੈ, ਫਿਰ ਸੋਚਦੀ ਹੈ ਕਿੱਥੇ ਮੈਂ ਕਬੀਰ ਨੂੰ ਉੱਚਾ ਬੋਲ ਦਿੱਤਾ ਹੈ, ਸ਼ਾਇਦ ਕਬੀਰ ਨਾਰਾਜ਼ ਹੋ ਕੇ ਨਾ ਟੁਰ ਗਿਆ ਹੋਵੇ। ਰਿਸ਼ਤੇਦਾਰਾਂ ਦੇ ਘਰ, ਸਭ ਦੇ ਘਰਾਂ ਜਾ ਕੇ ਪੁੱਛਦੀ ਹੈ, ਮਿੱਤਰਾਂ ਦੇ ਕੋਲ ਜਾਂਦੀ ਹੈ, ਕਿੱਥੇ ਕਬੀਰ ਦੀ ਖਬਰ ਨਹੀਂ ਹੁੰਦੀ। ਕਬੀਰ ਹੋਵੇ ਤੇ ਆਵੇ। ਉਹ ਤੇ ਸੈਣ ਰੂਪ ਹਰ ਜਾਏ ਕੇ ਆਇਆ ਰਾਣੇ ਨੂੰ ਰਜਾਈ। ਜਿਸ ਤਰ੍ਹਾਂ ਸੈਣ ਦੇ ਰੂਪ ਧਾਰ ਕੇ ਹਰੀ ਤੇ ਉਹਦੇ ਘਰ ਸਵਾਰ ਆਇਆ ਸੀ ਨਾ, ਇਸੇ ਤਰ੍ਹਾਂ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਜੈ ਜੈ ਕਾਜ ਕੀਰਤ ਸੇਵਕ ਕੀ, ਤਾਂ ਤਾਂ ਉਠਤ ਆਵੇ। ਉਹ ਆਪ ਆਂਦਾ ਹੈ।
ਚੱਲ ਕੇ ਭਗਤਾਂ ਦੇ ਘਰ ਸਵਾਰ ਜਾਂਦਾ ਹੈ। ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਨਾ ਤੂੰ ਆਵੇ ਵਸ ਬਹੁਤ ਘਿਨਾਵਣੇ, ਨਾ ਤੂੰ ਆਵੇ ਵਸ ਵੇਦ ਪੜਾਵਨੇ, ਨਾ ਤੂੰ ਆਵੇ ਵਸ ਤੀਰਥ ਨਹਾਈਏ, ਨਾ ਤੂੰ ਆਵੇ ਵਸ ਧਰਤੀ ਧਾਈਏ, ਨਾ ਤੂੰ ਆਵੇ ਵਸ ਬਹੁਤਾ ਦਾਣ ਦੇ, ਤੇ ਨਾ ਤੂੰ ਆਵੇ ਵਸ ਕਿਤੇ ਸਿਆਣਪੇ। ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਸਾਰੇ ਸ੍ਰਿਸ਼ਟੀ ਤੇਰੇ ਵਸ ਵਿੱਚੇ, ਪਰ ਕਮਾਲ ਦੀ ਗੱਲ ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਤੂੰ ਭਗਤਾਂ ਦੇ ਵਸ ਹੈ। ਭਗਤ ਤੇਰੇ ਕੋ ਜੋ ਚਾਹਨ। ਮੈਂ ਅਕਸਰ ਬੇਨਤੀ ਕਰਨਾ, ਰੱਬ ਦਾ ਕਿਹਾ ਭਗਤ ਟਾਲ ਸਕਦਾ ਜੇ, ਭਗਤ ਦਾ ਕਿਹਾ ਰੱਬ ਵੀ ਨਹੀਂ ਟਾਲਦਾ। ਫੇਰ ਸੁਣਨਾ, ਕੋਈ ਰੱਬ ਗੱਲ ਕਵੇ ਭਗਤ ਟਾਲ ਦਿੰਦਾ, ਟਾਲ ਸਕਦਾ, ਪਰ ਜੇ ਭਗਤ ਨੇ ਕਹਿ ਦਿੱਤਾ ਨਾ, ਰੱਬ ਵੀ ਨਹੀਂ ਟਾਲ ਸਕਦਾ। ਸਾਧ ਬਚਨ ਅਟਲਾਦਾ, ਭਗਤਾਂ का बोलिया परवान है, गुरबाणी कह रही है। भगत जो बोल देन, मेरी बांधी भगत छुड़ावे, बांधे भगत ना छूटे मोहे, एक समय मोको गह बांधे तो फुन मोको जवाब ना होए। वो कहते ने मेरा बंदिया, भगत जी कहते मेरा बंदिया भगत छुड़ा लेगा, पर भगत दा बंदिया मैं नहीं छुड़ा सकता। एक समा ऐसा आंदा है भगत मनु बन लेंदे ने, पर मैं छुड़ा नहीं सकता, मेरे को जवाब नहीं होंदा। रब कह रहा है, धन्ने ने जिस तरह अपने खेत दियां वाहियां नहीं करवाइयां रब कोलों, रब नूं क्या कर हुण तू मैनूं बड़ा तरसाया, हुण तू मेरे खेत दियां वाहियां वा, आप बह गया धन्ना। ते जद मां ने वेख्या कि कबीर मिलदा नहीं पिया, उहनूं पता है जदों कबीर नाराज हुंदा है ना, ते गंगा किनारे चला जाता है। गया गंगा किनारे, मां गई, वेख्या ते गोडियां दे विच सिर करके थल्ले बैठा कबीर। मां कहंदी कबीर तू इत्थे बैठा है, तू ते इतना वधिया कारज कीता है, सारे पिंड वाले तेरी वाह वाह कर रहे हैं। मां की कह रही है तू? मैं तो गया ही नहीं किथे। वो कहंदी उन्हें मजाक छड्ड, तू उस दिन तो इतना समान, मैं तो तेरे को बस इतना ही पूछा सी, किसी को कर्जा तो नहीं लिया, पर तू तो गुस्सा कर गया, चल घर चल। मां घर लैके जा रही है। कबीर कहता मां मैं आया ही नहीं हाँ, मैं तो इत्थे ही सी। मां मन्ने ही ना। मां कहती मेरी अखां धोखा नहीं दे सकदियां। ते रस्ते च पिंड वाले मिलन, कबीर साहब तुसी की बच्ची दी शादी कीती है, अज तो बाद कदी साडे घरां विच शादी होएगी, असीं तुहाडे कोल सलाह लैके जावांगे कि कबीर आप बच्चियां दी शादी किवें करी दी है। घर गए, मां ने दसिया तू उस दिन वो पोशाक, मां कहंदा मां मैं तो उहियो खद्दड़ दा पुराना कपड़ा पाया, मैं किहड़ी पोशाक। कहंदे ने हुण मजाक ना कर, तू मैनू उदों बड़ा लग्या कि तू जदों लंगर चल रहा सी ते तू सब दे झूठे पत्तर भी चुक रहा सी। कबीर ने जद ये गल सुनी ते अखां विचों नीर वग आया, अंजू वग आए। कहंदे ने कबीर साहब मां वो मैं नहीं सी, मेरा रूप धार के रब आप आ गया घर विच। और मैनू इस गल की हैरानगी है कि रब मेरी जगह आके इतने नीवें काम कर गया। रब झूठे पत्थर मेरी जगह चुक गया आके। जिस तरह सैन का रूप धार के राजे की मालिश कर गया सी ना, मुट्ठी चापी कर गया सी परमात्मा, ते कबीर साहब कहते ने मेरा रूप धार के रब मेरी जगह मेरी बच्ची की शादी कर गया। मां मैं नहीं सी, देख मैं तो उही पुराने कपड़े पाए ने, मेरी जगह रब आया सी। मां कहती मैं पहचान ही नहीं पाई। जदों गुरु नानक पातशाह अवतार धारना सी ना, ये 6 रिखी हुंदे सन वड्डे,
बेबे नानकी, राय बलार, माता त्रिपता, पिता मेहता कालू, ये सारे वड्डे तपी हुंदे सन किसी समय, ते बड़े जल धारा करते सन, बड़ी कठिन तप करते सन। ते तप करते करते ये 6 रिखियां नूं ना रब सामने आ गया। इन्हां 6 रिखियां नूं पुछया, तुहानूं किस चीज़ की लोड़ है, मंग लो। कदी रब प्रसन्न होवे ना तो देखो की मंगना है। वो 6 रिखियां ने इको गल कही कि रब परमात्मा बन के साडे द्वारे खेडे, तथास्तु। रब कहंदा जाओ तुहानूं मिल जाएगा। ते गुरु नानक उन्हां दे वेड़े आके खेडे, पहचान नहीं पाए। ते जद गल होई ते रब नूं कहंदे ने, सानू पता ही नहीं लग्या साडे, हालांकि नानकी ने पहचान लिया सी, बेबे नानकी ने। बड़ी पवित्र रूह सन। सारियां ने कहा नानक रुड़ गया। ते एक बेबे नानकी दे अल्फाज सन सुल्तानपुर लोधी कि नानक रुड़िया नहीं, रुड़िया नूं तारन आया। मेरा भरा मेरा नानक कदी डुब नहीं सकता, वो तो डुबिया नूं तारन आया है। पहचान लिया ना रब दा रूप। तो फिर रब ने कहा, तुसी ते क्या सी मेरे द्वारे खेडन, पर तुसी एक टपला खा गए। तुसी कहना सी मैनू पहचानन वाली अख भी दवो, वो तुसी पहचानन वाली गल तो समझी नहीं, ना तुसी मंगी है। इसे तरह कबीर दे घर रब आके सारे कारज सवार गया, नहीं पता लग गया, कबीर नूं पता लग गया। भाई जिदे चाकरी करदे हो ना, उहदे उत्ते भरोसा भी रखो। मैं जदों एक ओंकार की व्याख्या करना शुरू करना ना, मैं सच्ची दसा, मैं अपने दिल की गल, मेरे को इस तो उत्ते अगे वधन ही नहीं आता। मैं कहना एक दी पढ़ाई जे पढ़ लईए ना, एक नूं असीं समझ लईए, सत्कार सब दा करो, किसी की निंदा ना करो। कोई भी है, छोटा पीर है, वड्डा पीर है, कोई पखंडी, सब नूं ठीक है अपनी जगह, सब ने, किसी की किंतु परंतु नहीं। पर सीस किसी के अगे ना चुके। एक एक दा असी आशिक बनीए। जे असी गुरु ग्रंथ साहब नूं रीड करना चाहते हाँ, जिस दिन तुसी एक तो पासे होवोगे, दूजे भाव च आओगे ना, उस वेले गुरु नानक दे घर तो तुहाडी खुशी निकल जाएगी। तां ही भगतां नूं कहना कि फरीदा बार पराइए बैसना, साईं मुझे ना दे, जे तू एवें रखसी जियो शरीरों ले। जे तू एवें रखना ही तो शरीर दे विचों जिंद कढ दे। सानू किसे होर दी बूआ ना दिखाई, असी उदों ही परेशान होंगे हैं। भगतां ने एक दी बांह फड़ी है ते भगतां आप ही नहीं पार लंघे, उन्होंने पिंडां दे पिंड ही पार करा दिते। कबीर सोई मुख धन है, ये कबीर साहब कह रहे हैं। जे मुख कहिए राम, कहते ने वो मुख धन है जिस मुख दे विचों राम वाहिगुरु परमात्मा दा नाम निकलदा है। देही किसकी बापरी, बापरी हुंदा विचारी, देही किसकी बापरी पवित्र होएगो ग्राम। कहते ने वो विचारी देही ने की पवित्र होना है, सारा ग्राम ही पवित्र हो जाएगा। पर कदों जेड़ा एका लग्या ना, असी ओदी पढ़ाई पढ़ लई है। गुरु नानक दे घर दी जिन्हें एके नूं पढ़ लिया ना, वो फिर किसी भी देवी देवते नूं मनेगा नहीं, सत्कार करेगा। वो किसी भरम वहम विच नहीं पेगा कि यह नग ये करेगा,
ये पत्थर ये करेगा, ये कुछ। मैं अक्सर बेनती करना, जे असी नग पाए ने या काले धागे बने ने, इन्हां ने रखिया नहीं करनी। नाल पढ़ भी रही हैं, राखा एक हमारा स्वामी। तुसी पत्थर नूं ना पानी विच पा दो, मतलब ही नहीं कि बिना डुबे वो रह जाए, पत्थर डूब जाएगा। और जिहड़ा पत्थर पाएगा वो पत्थर वर्गा ही हो जाएगा। मनु खिमा कर देना। मारे कहते ने जिनके चित कठोर है से बह न सतगुर पास। वो पत्थर वर्गे कठोर हो जाते हैं। पत्थर होंगे ना, पत्थर पानी विच पा दो, 50 साल पानी विच पा दो, कड्डोगे ना अंदरों फिर सुक्के दा सुक्का ही रहेगा, गिला ही नहीं होएगा। इसे तरह जिहड़े संगत विच जिन्हां दे चित कठोर ने ना, वो सतगुर कोल बह नहीं सकते। उन्होंने जिन्ने मर्जी उपदेश कर लो, वो कठोर ही रहणगे। जिनके चित कठोर है से बह न सतगुर पास। उत्थे सच वरतदा कुड़ियारा चित उदास। क्योंकि उत्थे सच की गल हो रही है। कुड़ियार झूठे बंदे जड़े होंदे ने, उदास होंदे ने, उन्हां दा चित नहीं लगदा। कुड़ियार कुड़ियाई जाए रले, सचियार सिख बैठे सतगुर पास। जिहड़े कुड़ियार होंदे ने ना, वो कुड़ियार दे झूठियां दे कोल ही, शराबी हुंदा ना, वो संध्या वेले सोदर नहीं करेगा, गुरुद्वारे नहीं जाएगा, उन्होंने चंगा नहीं। कुड़ियार कुड़ियारी जाए रले, उन्हां दे नाल बैठेगा। सचियार सिख बैठे सतगुर पास। जिहड़े तुहाडे वर्गे नाम जपण वाले सच्चे सिख ने ना, वो गुरु दे चरनां विच आके बैठते ने, गुरु दा उपदेश ग्रहण करते ने, सुनते ने ध्यान नाल। बाकी तो साढ़े वर्गे आए और गए कितने। जो हर का प्यारा सो सबना का प्यारा। होर केती झाख झाख आवे जाए। बाकी तो साढ़े वर्गे आ जा रहे ने, जन्म मरण के गेड़ च पे ने। पर जिहड़े सचियार सिख हुंदे ना, वो सतगुर कोल आके बैठते हैं। और गुरु भी उन्होंने सचियारां नूं ही बिठांदा जे। तुसी मत सोचो कि दूजियां नूं बिठा देगा, किसी नूं बैन नहीं इजाजत। तुसी ना मर्जी नाल बैठे हो तो ना मर्जी नाल उठ सकते हो। आपे संगत साध बहाले, आपे विदा कराए। ओदी मौज है तुहानूं बिठा लेगा, ओदी मौज है जे तुहानूं नहीं बिठाना चाहता उठा भी देगा। क्योंकि कूड़ जिहड़े बंदे हुंदे ने ना, उन्हां नूं कूड़ ही चंगा लगदा है। कूड़ कूड़े नेहों लगा विसरिया करतार। क्योंकि अंदर कूड़ है, बाहर कूड़ मिल गए। जे शराबी है, कुआबी है, माड़े काम करदा, उन्होंने वो जे बंदे मिल जाए तो कूड़ कूड़े नेहों लगा, दोनों का प्यार बन जाता है। क्योंकि शराबी का शराबी नाल, जुआरी का जुआरी नाल प्यार बन जाता है। कूड़ कूड़े नेहों लगा विसरिया करतार। तो की होंदा है, उहदे विच करतार विसर जाता है। पर सचियार सिख बैठे सतगुर पास। जिहड़े सच्चे सिख हुंदे ना, वो गुरु कोल बहिंदे ने। गुरु उन्होंने बिठांदा है, आप नहीं बहिंदे हो। गुरु फिर उन्होंने कारज सवारदा है। मेरी गल एक आप सारे पल्ले बन लेना, मैं एक्सपीरियंस नाल कह रहा, कोई मैं किताबी ज्ञान की गल नहीं कर रहा। मैं प्रैक्टिकली लाइफ नूं ज़्यादा प्रेफरेंस करना, बई प्रैक्टिकली मैं देख के मैं जिहड़ी गल कहना चाहना। मायाधारी जिहड़ा होएगा ना, वो 10-10 12-12 घंटे काम करेगा तो परेशान भी रहेगा। तुसी देखो कभी भी, क्योंकि मारे कहते सुख ना ही बोते धन खाटे, सुख ना ही भेखे निरत नाटे, सुख ना ही बो देस परमाए, सर्व सुखा हर हर गुण गाए, गुरबाणी कह रही है। पर जिहड़े नाम जपण वाले हुंदे ने ना, मैं अक्सर देखना जिथों तक मैं रीड करना, वो घट समा काम करके ते उन्हां नूं ज्यादा प्रॉब्लम, ज्यादा उन्हां नूं वाहिगुरू ज्यादा बख्शिश होंदी है। क्योंकि वो पकड़ च नहीं होंदे। और जिहड़े सवेर दे लगे राती 11-11 बजे तक सपनियां विच भी वो माया ही गिनदे हुंदे ने। हाँ जी, वो एक बंदा महापुरखां कोल गया, कहंदा जी सुपने बड़े आंदे ने। कहंदा की सुपने आंदे ने? कहंदा ए ढेर माया दे लग जांदे ने, रोज ढेर लग जांदे ने। ते कहंदे फिर की चाहना है? कहंदा मैं जदों मैं ढेर इकट्ठे करना ना, नेरी आंदी है ते नोट उड़ जांदे ने, ते रोज मेरे नाल एवें हुंदा है। ते महापुरख कहंदे दस फिर की करिए? अरदास करिए कि तैनूं ये सपने ना आन
ਕਹਿੰਦਾ ਨਾ ਨਾ ਨਾ, ਸੁਪਨੇ ਆਣ ਪਰ ਹਨੇਰੀ ਨਾ ਆਵੇ, ਕਿ ਹਨੇਰੀ ਉਡਾ ਕੇ ਨਾ ਲੈ ਜਾ। ਭਾਵ ਕਿ ਪਕੜ ਸੁਪਨਿਆਂ ਦੇ ਵਿੱਚ ਵੀ ਸਾਡੀ ਉਹੀ ਰਹੇਗੀ। ਕਬੀਰ ਸੁਪਨੇ ਹੂੰ ਬੜਾਏ ਕੇ, ਜੇ ਮੁਖ ਨਿਕਸੇ ਰਾਮ, ਤਾਂ ਕਿ ਪੱਕੀ ਪਾ ਨਹੀਂ ਮੇਰੇ ਤਨ ਕੋ ਚਾਮ। ਕਹਿੰਦੇ ਜਿਹਨੂੰ ਸੁਪਨੇ ਵਿੱਚ ਵੀ ਰੱਬ ਯਾਦ ਆਉਂਦਾ, ਸਿਮਰਨ ਕਰਦਾ, ਪਾਠ ਕਰਦਾ ਨਾ, ਮੇਰਾ ਚਿੱਤ ਕਰਦਾ ਆਪਣੇ ਤਨ ਦੀ ਚਮੜੀ ਬਣਾ ਕੇ ਉਸ ਗੁਰਸਿੱਖ ਦੇ ਪੈਰਾਂ ਤੇ ਪਾ ਦਾਂ। ਕਿੰਨੀ ਵੱਡੀ ਗੱਲ ਹੈ, ਗੁਰਬਾਣੀ ਕਹਿ ਰਹੀ ਹੈ। ਗੁਰੂ ਫਿਰ ਉਸ ਬੰਦੇ ਦੇ ਘਰ ਸਵਾਰਨ ਆਉਂਦਾ ਵੇ। ਇਹ ਗੁਰੂ ਤੇ ਜੇ ਆਕੀਦਾ ਰੱਖਿਆ ਵੇ, ਭਰੋਸਾ ਰੱਖਿਆ ਵੇ, ਵਿਸ਼ਵਾਸ, ਕੌਨਫੀਡੈਂਸ ਗੁਰੂ ਤੇ ਰੱਖਾਂਗੇ। ਇਹ ਜਦੋਂ ਅੰਮ੍ਰਿਤ ਛਕਨੇ ਆ ਨਾ, 5 ਪਿਆਰਿਆਂ ਦੇ ਨਾਮ ਆਉਂਦੇ ਨਾ, ਤਰਤੀਬ ਵਾਈਜ਼ ਪੜ੍ਹਨਾ। ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ। ਇਹ ਵੀ ਤਰਤੀਬ ਦੇ ਨਾਲ ਪੜ੍ਹਨਾ ਕਿ ਸਿੱਖ ਦੇ ਅੰਦਰ ਦਇਆ ਹੋਏਗੀ, ਧਰਮ ਹੋਏਗਾ ਤੇ ਤਾਕਤ ਆਏਗੀ, ਹਿੰਮਤ ਹੋਏਗੀ, ਮੋਹਕਮ ਹੁੰਦਾ ਦ੍ਰਿੜ ਨਿਸ਼ਚਾ, ਬਈ ਕਨਫਰਮ ਹੈ, ਮਤਲਬ ਕਿ ਉਹਨੂੰ ਆਪਣੇ ਗੁਰੂ ਤੇ ਕਨਫਰਮ ਮਾਈਂਡ ਕਹਿ ਲਓ ਜਿਹਨੂੰ। ਫਿਰ ਤਾਂ ਸਾਹਿਬ ਮਾਲਕੀ ਮਿਲੇਗੀ, ਉਹਨੂੰ ਮਾਲਕ ਬਣੇਗਾ। ਅੰਦਰ ਦ੍ਰਿੜ ਨਿਸ਼ਚਾ ਹੋਣਾ ਚਾਹੀਦਾ ਗੁਰੂ ਪ੍ਰਤੀ ਕਿ ਮੇਰਾ ਗੁਰੂ ਸਮਰੱਥ ਹੈ। ਜਿਤੜੇ ਫਲ ਮਨ ਬਾਛੀਏ, ਤਿਤੜੇ ਸਤਿਗੁਰ ਪਾਸ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਵਾਹ ਬਾਬੁਲ ਮੇਰਾ ਬੜ ਸਮਰੱਥਾ, ਕਰਨ ਕਾਰਨ ਪ੍ਰਭ ਹਾਰਾ, ਆ ਜੁਗਾਲ ਭਗਤਨ ਕਾ ਰਾਖਾ। ਦੇਖੋ ਗੁਰੂ ਦੇ ਕਾਜ ਸਭਨਾਂ ਗੱਲਾਂ ਸਮਰੱਥ ਸੁਆਮੀ। ਜੇ ਇੰਨੀਆਂ ਪੰਕਤੀਆਂ ਪੜ੍ਹਨੇ ਵੀਆਂ ਤੇ ਫੇਰ ਵੀ ਸਾਨੂੰ ਧਿਆਨ ਹੋਵੇ ਕਿ ਕੋਈ ਸਾਨੂੰ ਆ ਕੇ ਬਾਹਰੋਂ ਪ੍ਰਭਾਵਿਤ ਕਰ ਜਾਏ, ਇਸ ਤਰ੍ਹਾਂ ਕਰਾਂਗੇ ਤੇ ਇਤਨੀ ਮਾਇਆ ਆ ਜਾਏਗੀ, ਇਸ ਤਰ੍ਹਾਂ ਕਰਾਂਗੇ ਤੇ ਇਹ ਹੋ ਜਾਏਗਾ, ਅਸੀਂ ਫਟ ਆਪਣੇ ਗੁਰੂ ਦੇ ਪਹਿਲੂ ਤੋਂ ਹਟ ਕੇ ਦੂਜੇ ਪਹਿਲੂ ਚਲੇ ਜਾਂਦੇ ਹਾਂ। ਅਰੇ ਸਿੱਖ ਹੋਵੇ ਤੇ ਪ੍ਰਭਾਵਿਤ ਹੀ ਨਾ ਹੋਵੇ, ਉਹਨੂੰ ਪਤਾ ਮੇਰੇ ਗੁਰੂ ਨੇ ਥੋੜਾ ਦਿੱਤਾ ਪਰ ਮੈਂ ਉਸ ਗੁਰੂ ਦੀ ਬਖਸ਼ਿਸ਼ ਹੀ ਹੈ ਮੇਰੇ ਵਾਸਤੇ। ਅਸੀਂ 2 ਕੋਡੀਆਂ ਪਿੱਛੇ ਧਰਮ ਵੀ ਚੇਂਜ ਕਰ ਲੈਂਦੇ ਹਾਂ, ਗੁਰੂ ਦੇ ਸਿਧਾਂਤ ਹੀ ਢਾਲ ਲੈਂਦੇ ਹਾਂ। 2 ਕੋਡੀ ਕੋਈ ਸਾਨੂੰ ਦਿਖਾ ਦੇ, ਅਸੀਂ ਕੀ ਕਰਨੇ ਆ, ਅਸੀਂ ਆਪਣਾ ਆਪ ਹੀ ਖਤਮ ਕਰ ਦਿੰਦੇ ਹਾਂ। ਪਰ ਗੁਰੂ ਐਸਾ ਨਹੀਂ ਹੈ, ਗੁਰੂ ਹਰ ਵੇਲੇ ਯਾਦ ਕਰਦਾ ਹੈ। ਉਹ ਕਹਿੰਦਾ ਮੇਰਾ ਇੱਕ ਵਾਰੀ ਬੰਨ ਤੇ ਸਹੀ, ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ। ਇੱਕ ਵਾਰੀ ਮੇਰੇ ਤੇ ਡੋਰੀ ਛੱਡ ਦੇ, ਪ੍ਰਭ ਡੋਰੀ ਹਾਥ ਤੁਮਾਰੇ, ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਵਾਰੀ ਇਹ ਕਰਨਾਲ ਦੇ ਕੋਲ ਦਰਸ਼ਨ ਕਰਕੇ ਆਣਾ ਹੈ, ਗੁਰਦੁਆਰਾ ਹੈ, ਬੜਾ ਪਿਆਰ ਵਾਲਾ ਸਿੱਖ ਸੀ, ਗਰੀਬੜਾ ਸੀ। ਮਰਦਾਨੇ ਨੂੰ ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਚੱਲ, ਨਾਨਕ ਨੂੰ ਕਹਿੰਦੇ ਨੇ, ਮਰਦਾਨਿਆ ਚੱਲ ਮੇਰੇ ਨਾਲ, ਅੱਜ ਤੈਨੂੰ ਪਿਆਰ ਵਾਲੇ ਸਿੱਖ ਕੋਲ ਲੈ ਕੇ ਜਾਂਦੇ ਆ। ਮਜ਼ਦੂਰੀ ਕਰਦਾ ਹੈ, ਪੂਰਾ ਮਸਾਂ ਪੇਟ ਭਰਦਾ। ਮਹਾਰਾਜ ਇਤਿਹਾਸ ਵਿੱਚ ਆਇਆ 5-7 ਦਿਨ ਉਹਦੇ ਘਰ ਰਹੇ ਨੇ। ਉਹਨੇ ਜੋ ਵੀ ਸਮਰੱਥਾ ਮੁਤਾਬਕ ਉਹਨੇ ਮਹਾਰਾਜ ਦੀ ਸੇਵਾ ਕੀਤੀ। ਗੁਰੂ ਨਾਨਕ ਆਪ ਚੱਲ ਕੇ ਆਇਆ ਤੇ 6-7 ਦਿਨ ਹੋਏ। ਮਹਾਰਾਜ ਕਹਿੰਦੇ ਨੇ ਇਜਾਜ਼ਤ ਦਿਓ, ਅਸੀਂ ਜਾਣਾ ਹੈ। ਉਹ ਰੋ ਪਿਆ, ਮਹਾਰਾਜ ਇਸ ਤਰ੍ਹਾਂ ਨਾ ਕਰੋ, ਤੁਸੀਂ ਨਾ ਜਾਓ, ਮੇਰਾ ਚਿੱਤ ਕਰਦਾ ਤੁਸੀਂ ਰਹੋ। ਮਹਾਰਾਜ ਕਹਿੰਦੇ ਨਹੀਂ, ਅਸੀਂ ਹੁਣ ਜਾਣ ਕੇ। ਮਹਾਰਾਜ ਮੇਰੇ ਕੋਲ ਭੁੱਲ ਹੋ ਗਈ ਹੈ ਕਿ ਤੁਹਾਡੀ ਸੇਵਾ ਕਰਦਿਆਂ ਮੈਂ ਇਤਨਾ ਸਮਰੱਥਾ ਦਾ ਮਾਲਕ ਨਹੀਂ ਹਾਂ। ਮਹਾਰਾਜ ਕਹਿੰਦੇ ਨੇ ਕੀ ਗੱਲ ਕਰ ਰਹੇ ਆ, ਪਰ ਮਹਾਰਾਜ ਦਾ ਹੁਕਮ ਸੀ, ਕਹਿੰਦੇ ਚੱਲ ਪਏ। ਜਦੋਂ ਪਿੰਡੋਂ ਥੋੜੀ ਬਾਹਰ ਆਏ ਨਾ ਤੇ ਮਰਦਾਨੇ ਨੂੰ ਕਹਿੰਦੇ ਨੇ ਇਹ ਚਿੰਗਾਰੀ ਲੈ ਜਾ ਤੇ ਉਹਦੇ ਘਰ ਜਾ ਕੇ ਇਸ ਚਿੰਗਾਰੀ ਨਾਲ ਉਹਦੀ ਝੁੱਗੀ ਸਾੜਿਆ। ਮਰਦਾਨਾ ਕਹਿੰਦਾ ਮਹਾਰਾਜ ਇਹ ਕਿਹੜੀ ਰਮਜ ਹੈ, ਉਹ ਵਿਚਾਰੇ ਨੇ ਇੰਨੀ ਤੁਹਾਡੀ ਖਾਤਰ ਆਓ ਭਗਤ ਕੀਤੀ ਏ, ਇੰਨਾ ਉਹਨੇ ਸਤਿਕਾਰ ਕੀਤਾ ਤੇ ਤੁਸੀਂ ਉਹਨੂੰ ਕਹਿੰਦੇ ਉਹਦੀ ਝੁੱਗੀ ਨੂੰ ਅੱਗ ਲਾਇਆ। ਤੇ ਜਿੱਥੇ ਤੁਹਾਨੂੰ ਪੱਥਰ ਮਾਰੇ ਨੇ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕਿਸੇ ਨੇ ਤੁਹਾਨੂੰ ਪੱਥਰ ਮਾਰੇ, ਤੁਸੀਂ ਕਿਹਾ ਵਸਦੇ ਰਹੋ। ਕਿਸੇ ਨੇ ਤੁਹਾਨੂੰ ਬੁਰਾ ਭਲਾ ਕਿਹਾ, ਤੁਸੀਂ ਕਹੋ ਵਸਦੇ ਰਹੋ। ਪਰ ਇਸ ਨੇ ਸੇਵਾ ਕੀਤੀ ਹੈ, ਤੁਸੀਂ ਇਹਦੀ ਝੁੱਗੀ ਸਾੜ ਰਹੇ ਹੋ। ਪਰ ਹੁਕਮ ਸੀ ਮਹਾਰਾਜ ਦਾ, ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਚਲਾ ਗਿਆ ਉਹ ਮਰਦਾਨਾ, ਵਾਹਿਗੁਰੂ ਚਲੇ ਗਏ। ਜਦੋਂ ਮਰਦਾਨਾ ਸਾਹਿਬ ਉੱਥੇ ਪਹੁੰਚੇ, ਉਹ ਘਰ ਦੇ ਬਾਹਰ ਖੜਾ ਸੀ। ਉਹਨੇ ਚਿੰਗਾਰੀ ਮਰਦਾਨਾ ਜੀ ਨੇ ਲਗਾਈ। ਜਿਉਂ ਹੀ ਚਿੰਗਾਰੀ ਲਾਈ, ਘਰ ਦਾ ਸਾਜੋ ਸਮਾਨ ਘਰ ਫੁੱਕ ਗਿਆ। ਉਹ ਸਿੱਖ ਸਾਹਮਣੇ ਖੜਾ ਹੋ ਕੇ ਸੰਤੋਖ ਨਾਲ ਵੇਖ ਰਿਹਾ।
मेरे गुरु ने साड़िया ना। जे गुर झिड़के तां मीठा लागे। जे किथे प्यार नाल कोई गुरु काम करदा ना, चंगे वास्ते ही करदा है। कदे कोई काम विगड़े ना तुहाडा, तुसीं ਉਹਦੇ ਵਿੱਚੋਂ भी गुरु ਦੀ रमज ਲੱਭ लो कि गुरु कोई चंगी गल कर रहा होना है, तो वह खुश मरदाना ਉਹਦੇ ਵੱਲ ਵੇਖ ਰਿਹਾ कि वह सिख खुश जिहदा घर ही सड़ गया। अपनी सुरत नूं लै जाओ रकाबगंज साहब, लखी शाह बनजारा, घर नूं अग लाती ना। इनू कहते ने अपना वाड़ देना। अणहोंदे आप वंडाए, को ऐसा भगत सदाए, कुछ भी ना होंदे होए वंड दो। ये गुरु नानक की खेड है। कई तोलते होंगे ना सिख, वो कहते हैं मसा ही किसी का उधर नहीं, पर गुरु का सिख होए वो कहता नहीं, इनू वाधू दवो। तोल च कोई गल नहीं, वाधू जान दो, घट नहीं होना चाहिए। ते वापस आया मरदाना, कहता मैं तो फूक आया वो सारी, जिवें तुहाडे अनुसार। चल हुण रात कित्थे कटनी है? गुरु नानक कहते दसो। कहते ने उहदे घर ही कटनी है, तो तू इस तरह कर, काने लै ते दा घर बना। मरदाने ने अदरों उधरों काने इकट्ठे किए। रात पैन लगी सी, मैं गल छोटी करा, वो महाराज ने आराम करना सी, ते उसने ज्यों काने पट धरती पट गई, तो काने लगाने सी ना, छती लगाने सन, ते ज्यों धरती पट्टी ते मोहरां ही सोने दियां, ते वो सोना दे मोहरे दे नाल महाराज ने फिर उसकी बड़ी वड्डी महल बना दिता। उत्थे उत्थे गुरुद्वारा भी है। गुरु जद मेहरबान हुंदा ना, जे कदी कोई दुख आवे तो समझो कि उहदे पिछे बड़ा वड्डा सुख छुपिया होया है। बस ये गल असीं समझ जाइए तो गुरु दे असीं नेड़े हो जाण। क्योंकि अपने सेवकां दी अपने सेवक की आपे रखे। वो कदी भी तुसीं ये देखो, जे उहदी घर साड़िया, असीं कौन आ? असीं गुरु नानक दे बच्चे हैं, गुरु गोबिंद सिंह महाराज दे बच्चे हैं। या चलो होर ईजी लैके गल समाप्ति करिए। तुसीं अपने घर दे बच्चे दा अलग रहिंदा है, तुसीं घर साड़ोगे उहदा? जे कोई साड़ोगे तो चंगे वास्ते होगा ना। पुत्तर नूं पता है प्यो कर रहा तो मेरे वास्ते प्यो कदी माड़ा नहीं करेगा, पुत्तर डरेगा ही नहीं। क्यों? क्योंकि वो कहता मेरा प्यो है, प्यो मेरे नाल माड़ा कर ही नहीं सकता। कदी ना क्या करो गुरु नानक ने मेरे वास्ते माड़ा किया, मेरी किस्मत माड़ी है। नहीं, गुरु नानक किसी का माड़ा नहीं करता, वो सदा ही भला ही करता है सबका, वो सदा ही प्यार ही करता है। जे उहदी झुग्गी साड़ी उहदे विच भी भला सी, उहनूं ऐसा महल बना के दिता, क्योंकि वह भगतां दी पैज रखता है। अपने सेवक की आपे राखे, आपे नाम जपावै, जै जै काज कीरत सेवक की। जिथे जिथे उन्हां दे भगतां दी किरत हुंदी है ना, तहां तहां उठ धावे। धावे हुंदा भज के जांदा है। उन्हां दे कारोबारां विच भी आप बह के आप उहदी ड्यूटी संभालदा है, ते उन्हां दे कारज संपूर्ण कर दिंदा है। तां ही मारे कहंदे थिर कर बैसो हर जन प्यारे, सतगुर तुमरे काज सवारे। जे तुसी मन दे टिकाव दे नाल परमात्मा दी भगती विच लीन हो जाओगे ना, अपने घर दे विच टिक जाओगे। क्योंकि असी हले भाजड़ पई हुई है, साडा मन टिकाव विच नहीं है। जदों मन स्थिर हो जाएगा, टिकाव विच आ जाएगा। स्थिर कर बैसो हर जन प्यारे, सतगुर तुमरे काज सवारे। सारे कार्य सवार देगा। फिर की होएगा? सेवक को निकटी होए दिखावे। उन्होंने इन्ना निकट होके दस देगा कि मैं तेरे वाल हमेशा तेरे नाल खड़ा हाँ, दूर नहीं हाँ। जो जो कहे ठाकुर पै सेवक, तत्काल होए आवे। जदों जदों भगत उन्होंने याद करते हैं, वो तत्काल होके उसे वेले आ जाता है, ते भगतां दी पैज रखता है। हर जुग जुग भगत उपाया, पैज रखदा आया राम राजे, हर नाकश मार पचाया। वो तो फिर सारे दोषियों ही मार दिंदा है। एक बारी तुसी मन करके, अब राखो दास भाट की लाज, जैसी राखी लाज भगत प्रहलाद की, हर नाकश फारे कर आज, फुन द्रौपदी लाज रखी हर प्रभ जी, छीनत वस्त्र दीन बोसार,
सुदामा अपदा दे राखिया, गनका पड़त पूरे ते काज, श्री सतगुर सुप्रसन्न होए, अब राखो दास पाटकी लाज। ये पाटकी कह रहे ने मेरी भी लाज रखो, जिस तरह भगत प्रहलाद दी रखीए, द्रौपदी दी रखीए, सुदामे दी रखीए, गनका पापन दी रखीए, इस तरह मेरी भी लाज रख लो। ते गुरु फिर रखता है लाज। हर काम कराउण आया राम, वो आप काम कराने वास्ते आप चल के भगतां दे घर सवार दिंदा है। एक बारी कोई चाकर बन के ਉਹਦੇ ਨਾਲ प्रेम पावे ते सही, जो हम बांधे मोह फास हम प्रेम बंधन तुम बांधे, अपने छूटन को जतन करो हम छूटे तुम आराधे। हे रब जी, तुसी लोगां नूं मोह माया दे विच फसाया है, सारे फसे होए ने माया दी खेड विच, पर असी तुहानूं प्रेम दी फाइयां विच फसा दिता है। ਹੁਣ ਤੁਸੀਂ ਆਪਣੇ ਛੁੱਟਣ ਦਾ ਯਤਨ ਕਰੋ। ਅਸੀਂ ਤੇ ਫਾਈਆਂ ਵਿੱਚੋਂ ਛੁੱਟ ਗਏ ਆ, ਸਾਨੂੰ ਤੇ ਤੁਹਾਡੀ ਚਾਲ ਖਵਾਂ, ਤੁਹਾਡੀ ਇਸ ਨਿਯਮ ਦਾ ਪਤਾ ਲੱਗ ਗਿਆ, ਅਸੀਂ ਤੇ ਛੁੱਟ ਗਏ ਆ। ਹੁਣ ਤੂੰ ਕਿਵੇਂ ਛੁੱਟੇਗਾ? ਰੱਬ ਨੂੰ ਤੂੰ ਕਹਿ ਕੇ ਕਹਿ ਰਿਹਾ, ਜਬ ਹਮ ਹੋਤੇ ਤਬ ਤੂੰ ਨਹੀਂ। ਦੇਖੋ ਇਹ ਪਿਆਰ ਦੀ ਖੇਡ ਹੈ, ਕਿਸੇ ਨੂੰ ਤੂੰ ਕਹੋ ਤੇ ਕਿੰਨਾ ਗੁੱਸਾ ਚੜ ਜਾਏਗਾ, ਪਰ ਜਦੋਂ ਪਿਆਰ ਵਿੱਚ ਹੋ ਜਾਂਦਾ ਨਾ, ਮੈਂ ਜਦੋਂ ਕਿਹਾ ਪਿਓ ਪੁੱਤਰ ਔਰ ਭਰਾਵਾਂ ਦਾ ਸੰਬੰਧ, ਰਿਸ਼ਤੇਦਾਰਾਂ ਦਾ ਜਾਂ ਦੋ ਮਿੱਤਰਾਂ ਦਾ ਸੰਬੰਧ ਹੋ ਜਾਂਦਾ ਨਾ, ਫਿਰ ਉਹ ਤੂੰ ਵਰਡ ਆ ਜਾਂਦਾ ਹੈ। ਤੂੰ ਵਰਡ ਬੜਾ ਭੈੜਾ, ਕਿਸੇ ਨੂੰ ਮੈਂ ਹੁਣ ਤੁਹਾਨੂੰ, ਕਿਸੇ ਨੂੰ ਤੁਸੀਂ ਮੈਨੂੰ ਤੂੰ ਕਹੋਗੇ, ਕਿੰਨੀ ਭੈੜੀ ਗੱਲ ਲੱਗੇਗੀ। ਪਰ ਉਹ ਰੱਬ ਨੂੰ ਕਹਿੰਦੇ ਤੂੰ ਮੇਰਾ ਪਿਤਾ। ਵੇਖੋ ਕਿਸੇ ਨੂੰ ਕਹਿੰਦਾ, ਅਸੀਂ ਕਹਿੰਦੇ ਆਪ ਜੀ ਸਾਡੇ ਪਿਤਾ ਹੋ, ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੂੰ ਮੇਰਾ ਪਿਤਾ। ਮਹਾਰਾਜ ਕਿਉਂ? ਕਿਉਂਕਿ ਇੱਕ ਮਿੱਕ ਹੋ ਗਏ ਨੇ। ਰਾਮ ਕਬੀਰਾ ਏਕ ਭਏ ਆ, ਕੋਈ ਨਾ ਸਕੇ ਪਛਾਣੀ। ਹੁਣ ਰਾਮ ਤੇ ਕਬੀਰ ਇੱਕ ਹੋ ਗਏ। हर हर जन दुई एक है, बिब विचार कछ नाए, जल ते उपय तरंग, जो जाली बिखे समाए। हुण इक्को हो गए ने, पछाण ही नहीं हो रही। हुण तू तू करके गल हो रही है। प्यार दी खेड है इत्थे, ये नहीं कि लैंग्वेज हल्की कीती है, नहीं, प्यार दे विच ते सब कुछ जायज है। तो महाराज किरपा करन, ऐसा प्यार गुरु दे नाल साडा भी बने, परमात्मा दे नाल साडा भी बने, ताकि लोक सुखीए परलोक सुहेला हो जाए। इतनी सेवा प्रवान करनी। बेअंत भुलना गलतियां होईयां ने, दास दियां ने खिमा कर देना। असीस बख्शो। वाहिगुरु जी का खालसा, वाहिगुरु जी की फतेह।